ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਗੁਰੂ ਮਹਾਰਾਜ ਦੇ ਹਜ਼ੂਰ ਜਿੱਥੇ ਉੱਚ ਕੋਟੀ ਦੇ ਵਿਦਵਾਨ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ, ਉੱਥੇ ਵਿਦਵਾਨ ਵੀ ਤੇ ਬੰਦਗੀ ਵਾਲੇ ਵੀ। ਐਸਾ ਵੀ ਖਾਲਸਾ ਹੈ। ਖਾਲਸਾ ਨਾਮ ਹੀ ਉਸ ਦਾ ਹੈ ਜੋ ਅੰਦਰੋਂ ਸੰਤ ਬ੍ਰਹਮ ਗਿਆਨੀ, ਬਾਹਰੋਂ ਸ਼ਸਤਰਧਾਰੀ ਤਿਆਰ ਬਰ ਤਿਆਰ। ਇਹ ਦੋਹਾਂ ਦੇ ਸੁਮੇਲ ਦਾ ਨਾਮ ਖਾਲਸਾ ਹੈ। ਕੋਈ ਆਪਦਾ ਨਾਂ ਖਾਲਸਾ ਅੱਗੇ ਲਾ ਲਵੇ, ਉਹ ਖਾਲਸਾ ਨਹੀਂ ਬਣ ਜਾਂਦਾ। ਖਾਲਸਾ ਤਾਂ ਇੱਕ ਅਵਸਥਾ ਦਾ ਨਾਮ ਹੈ। ਸ਼ਸਤਰਧਾਰੀ ਹੋ ਕੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਡਟਣ ਵਾਲਾ, ਸੱਚ ਬੋਲਣ ਵਾਲਾ, ਸੱਚਾਈ ਤੇ ਚੱਲਣ ਵਾਲਾ, ਦੁਸ਼ਟਾਂ ਦੇ ਨਾਸ਼ ਵਾਸਤੇ ਤਲਵਾਰ ਚੁੱਕਣ ਵਾਲਾ, ਡਰਦਾ ਨਹੀਂ ਮੌਤ ਤੋਂ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਲੱਛਣ ਦੱਸੇ ਹਨ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉਹਨੂੰ ਬ੍ਰਹਮ ਗਿਆਨੀ ਕਿਹਾ ਹੈ, ਜੋ ਨਾ ਕਿਸੇ ਤੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ। ਐਸਾ ਖਾਲਸਾ ਹੈ। ਹੁਣ ਜਿਨ੍ਹਾਂ ਨੇ ਸਾਰੀ ਧਰਮ ਗ੍ਰੰਥਾਂ ਦੀ ਵਿਦਿਆ ਵੀ ਪੜ੍ਹ ਲਈ, ਬੰਦਗੀ ਵੀ ਕਰ ਰਹੇ, ਬਾਣੀ ਵੀ ਪੜ੍ਹ ਰਹੇ, ਪਰ ਕੁਝ ਐਸੇ ਅੰਦਰ ਸਵਾਲ ਹਨ ਜਿਨ੍ਹਾਂ ਦਾ ਸਹੀ ਜਵਾਬ ਵੇਦਾਂ, ਸ਼ਾਸਤਰਾਂ, ਧਰਮ ਗ੍ਰੰਥਾਂ ਦੇ ਵਿੱਚੋਂ ਵੀ ਨਹੀਂ ਮਿਲ ਰਿਹਾ। ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਦਸ਼ਮੇਸ਼ ਪਿਤਾ ਤਾਂ ਸਾਰੀਆਂ ਵਿਦਿਆਵਾਂ ਦੇ ਕਰਤੇ ਆਪ ਹਨ। ਜਿੰਨੀ ਵਿਦਿਆ ਹੈ, ਭਾਵੇਂ ਉਹ ਰੂਹਾਨੀਅਤ ਦੀ ਹੋਵੇ, ਭਾਵੇਂ ਉਹ ਸ਼ਸਤਰ ਵਿਦਿਆ ਹੋਵੇ, ਭਾਵੇਂ ਉਹ ਸੰਸਾਰਕ ਵਿਦਿਆ ਹੋਵੇ, ਭਾਵੇਂ ਉਹ ਸਾਇੰਸ, ਜੋ ਵੀ ਮਰਜ਼ੀ ਹੋਵੇ, ਗਿਆਨ ਵਿਗਿਆਨ, ਸਭ ਦੇ ਕਰਤੇ, ਸਭ ਨੂੰ ਪੈਦਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਇਹ ਗੱਲ ਦੀ ਸੋਝੀ ਹੈ ਖਾਲਸੇ ਨੂੰ। ਇਸ ਕਰਕੇ ਐਸੇ ਕੁਝ ਪ੍ਰਸ਼ਨ ਜਿਨ੍ਹਾਂ ਦਾ ਉਹ ਸਹੀ ਉੱਤਰ ਜਾਣਨਾ ਚਾਹੁੰਦੇ ਹਨ। ਲਿਖਿਆ ਤਾਂ ਹੈ ਧਰਮ ਗ੍ਰੰਥਾਂ ਦੇ ਵਿੱਚ, ਵੇਦਾਂ ਵਿੱਚ ਵੀ, ਸ਼ਾਸਤਰਾਂ ਵਿੱਚ ਵੀ, ਵਿਦਾਂਤ ਵੀ ਲਿਖਿਆ ਤਾਂ ਹੈ, ਪਰ ਉਹਦੇ ਤਸੱਲੀ ਨਹੀਂ ਹੁੰਦੀ। ਕਿਸੇ ਥਾਂ 'ਤੇ ਜੋ ਲਿਖਿਆ ਹੈ ਉਹਦੇ ਕਿਤੇ ਵਿਰੁੱਧ ਹੈ। ਹੁਣ 6 ਸ਼ਾਸਤਰਾਂ ਦਾ ਆਪਸ ਵਿੱਚ ਵਿਰੋਧ ਹੈ, ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ। ਇਸ ਕਰਕੇ ਸਹੀ ਜੋ ਯਥਾਰਥ ਹੈ ਉਹਦੀ ਨਹੀਂ ਸਮਝ ਆ ਰਹੀ ਉਹਨਾਂ ਨੂੰ। ਉਹਦੇ ਵਾਸਤੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਖਾਲਸੇ ਨੇ। ਪਹਿਲਾਂ ਕਰਮਾਂ ਦੇ ਬਾਰੇ ਪੁੱਛਿਆ ਮਹਾਰਾਜ ਵੀ ਈਸ਼ਵਰ ਦਾ ਰੂਪ 5 ਈਸ਼ਰ ਮੰਨੇ ਹਨ, ਜਿਹਦੇ ਵਿੱਚ ਵਿਸ਼ਨੂੰ ਜੀ ਨੂੰ, ਬ੍ਰਹਮਾ ਜੀ ਨੂੰ, ਮਹਾਦੇਵ ਨੂੰ, ਸੂਰਜ ਨੂੰ ਤੇ ਦੁਰਗਾ ਨੂੰ ਈਸ਼ਵਰ ਮੰਨਿਆ ਹੈ। ਪਰ ਮਹਾਰਾਜ ਇਹ ਵੀ ਜਿਹੜੇ ਹਲੇ ਵੀ ਤਾਂ ਭਰਮ ਦੇ ਵਿੱਚ ਹੀ ਹਨ, ਇਹਨਾਂ ਦਾ ਵੀ ਭਰਮ ਨਹੀਂ ਮਿਟਿਆ। ਇਹ ਵੀ ਮਾਇਆ ਦੇ ਅਧੀਨ ਹਨ। ਆਪ ਜੀ ਦਾ ਫਰਮਾਨ ਹੈ ਗੁਰਬਾਣੀ ਅੰਦਰ, ਸਰਪਨੀ ਤੇ ਉੱਪਰ ਨਾਹੀ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਵੀ ਛਲੇ ਜਾਂਦੇ ਹਨ, ਇਹ ਵੀ ਭਰਮ ਦੇ ਵਿੱਚ ਹਨ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਬ੍ਰਹਮਾ ਆਦਿ ਸਾਰੇ ਭਰਮ ਦੇ ਵਿੱਚ ਹਨ।
ਸੋ ਮਹਾਰਾਜ ਕੋਈ ਇਸ ਗੱਲ ਸਪਸ਼ਟ ਨਹੀਂ ਹੋ ਰਹੀ, ਹੁਣ ਆਪ ਜੀ ਕਿਰਪਾ ਕਰਕੇ ਦੱਸੋਗੇ ਤੇ ਉਹ ਸੋਝੀ ਹੋ ਜਾਏਗੀ ਸਾਨੂੰ। ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ। ਕਹਿੰਦੇ ਮਹਾਰਾਜ ਪਹਿਲਾਂ ਕਰਮਾਂ ਬਾਰੇ ਦੱਸੋ। ਵੀ ਕਿਹਾ ਹੈ ਵੀ ਬ੍ਰਹਮਾ ਨੂੰ ਵੀ ਕਰਮਾਂ ਦਾ ਫਲ ਭੋਗਣਾ ਪਿਆ, ਵਿਸ਼ਨੂੰ ਨੂੰ ਵੀ ਭੋਗਣਾ ਪਿਆ, ਰਾਮਚੰਦਰ ਨੂੰ ਵੀ ਭੋਗਣਾ ਪਿਆ। ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ। ਉਹ ਨਾਰਦ ਦੇ ਸ਼ਰਾਪ ਕਰਕੇ ਤੋ ਹੈ ਸੀਤਾ ਕਰਦੇ ਰਹੇ ਵਿਸ਼ਨੂੰ ਦੇ ਅਵਤਾਰ। ਕ੍ਰਿਸ਼ਨ ਦਾ ਵੀ ਬੁਰਾ ਹਾਲ ਹੋਇਆ, ਆਪਣੀ ਬੰਸ ਹੀ ਉਹਨਾਂ ਨੇ। ਦੁਰਵਾਸਾ ਸਿਉ ਕਰਤ ਠਗੌਰੀ ਯਾਦੋ ਇਹ ਫਲ ਪਾਏ। ਉਹਦੇ ਸ਼ਰਾਪ ਤੋਂ ਬਚਾ ਨਹੀਂ ਸਕੇ ਦੁਰਵਾਸਾ ਰਿਸ਼ੀ ਦੇ। ਇਹ ਵੀ ਸਾਰੇ ਮਹਾਰਾਜ ਕਰਮਾਂ ਦਾ ਫਲ ਭੋਗਦੇ ਫਿਰਦੇ ਹਨ। ਇਹਨਾਂ ਦੇ ਵੀ ਕਰਮ ਨਹੀਂ ਮਿਟਦੇ, ਇਹਨਾਂ ਨੂੰ ਵੀ ਭੋਗਣਾ ਪੈਂਦਾ ਹੈ। ਜੇ ਵਿਸ਼ਨੂੰ ਦੇ ਅਵਤਾਰ ਰਾਮਚੰਦਰ ਜੀ ਨੇ ਓਲੇ ਹੋ ਕੇ ਬਾਲੀ ਨੂੰ ਮਾਰਿਆ ਤੇ ਫਿਰ ਦੁਆਪਰ ਵਿੱਚ ਕ੍ਰਿਸ਼ਨ ਰੂਪ ਵਿੱਚ ਉਹਨੇ ਬਦਲਾ ਲਿਆ, ਉਹਨੇ ਵੀ ਓਲੇ ਹੋ ਕੇ ਤੀਰ ਮਾਰਿਆ ਤੇ ਉੱਥੋਂ ਹੀ ਕ੍ਰਿਸ਼ਨ ਜੀ ਦੀ ਮੌਤ ਹੋਈ। ਉਹ ਵੀ ਆਪਦਾ ਕਰਮ ਨਹੀਂ ਮਿਟਾ ਸਕੇ, ਜਦ ਕਿ ਇਹਨਾਂ ਨੂੰ ਈਸ਼ਰ ਕਿਹਾ ਹੈ। ਸੰਸਾਰ ਦੇ ਪ੍ਰਬੰਧਕ ਹਨ, ਬੜੀਆਂ ਤਾਕਤਾਂ ਦੇ ਮਾਲਕ ਹਨ। ਸੋ ਮਹਾਰਾਜ ਇਹਨਾਂ ਦੇ ਵੀ ਕਰਮ ਨਹੀਂ ਮਿਟਦੇ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਇੱਦਾਂ ਕਰੋ ਕਿ ਮੇਰਾ ਸਰੂਪ ਭਾਈ ਦਇਆ ਸਿੰਘ ਜੀ ਹਨ, ਇਹ ਤੁਹਾਡੇ ਪ੍ਰਸ਼ਨਾਂ ਦਾ ਜੋ ਸਹੀ ਉੱਤਰ ਹੈ ਉਹ ਦੇਣਗੇ। ਇਹਨਾਂ ਕੋਲ ਪ੍ਰਸ਼ਨ ਕਰੋ। ਇਉਂ ਕਹਿ ਕੇ ਸਤਿਗੁਰੂ ਜੀ ਉੱਠ ਕੇ ਚਲੇ ਜਾਂਦੇ ਹਨ। ਭਾਈ ਦਇਆ ਸਿੰਘ ਜੀ ਨੇ ਫਿਰ ਕਰਮਾਂ ਦੇ ਬਾਰੇ ਦੱਸਿਆ। ਉਹ ਵਿਚਾਰ ਆਪਾਂ ਤਕਰੀਬਨ 5 ਦਿਨਾਂ ਦੇ ਵਿੱਚ, ਜਿਵੇਂ ਸਤਿਗੁਰੂ ਦਸ਼ਮੇਸ਼ ਪਿਤਾ ਨੇ ਸੋਝੀ ਦਿੱਤੀ, ਸੋਝੀ ਉਹਨਾਂ ਦੀ ਹੈ, ਬਖਸ਼ਿਸ਼ ਉਹਨਾਂ ਦੀ ਹੈ, ਰਹਿਮਤ ਉਹਨਾਂ ਦੀ ਹੈ। ਉਹੀ ਸਾਰੀਆਂ ਦਾਤਾਂ ਨੂੰ ਵਿਦਿਆ ਦਾਨ ਦੇਣ ਵਾਲੇ, ਸਾਰੀਆਂ ਦਾਤਾਂ ਦੇਣ ਵਾਲੇ ਦਸ਼ਮੇਸ਼ ਪਿਤਾ ਜੀ ਹਨ। ਸਮਰੱਥ ਹਨ, ਸਰਬ ਸ਼ਕਤੀਮਾਨ ਹਨ। ਜਿਵੇਂ ਉਹਨਾਂ ਨੇ ਬੁਲਾਇਆ, ਜਿਵੇਂ ਉਹਨਾਂ ਨੇ ਬਖਸ਼ਿਸ਼ ਕੀਤੀ, ਆਪਾਂ ਵਿਚਾਰ ਕੀਤੀ। ਅਖੀਰ ਮੁੱਕਦੀ ਗੱਲ ਇਹ ਨਿਰਣਾ ਹੋਇਆ ਵੀ ਕਰਮ ਮਿਟ ਵੀ ਸਕਦੇ ਹਨ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਜੇ ਨਾਮ ਦੀ ਕਮਾਈ ਕੀਤੀ ਜਾਵੇ ਤੇ ਕਰੋੜਾਂ ਕਰਮ ਵੀ ਮਿਟ ਜਾਂਦੇ ਹਨ। ਇਸ ਕਰਕੇ ਗੁਰਸਿੱਖਾਂ ਦੀ ਪਦਵੀ ਜਿਹੜੀ ਹੈ ਬ੍ਰਹਮਾ ਵਿਸ਼ਨ ਮਹੇਸ਼ ਤੋਂ ਉੱਪਰ ਇਸੇ ਕਰਕੇ ਮੰਨੀ ਹੈ। ਉਹ ਆਪਦੇ ਕਰਮਾਂ ਦਾ ਫਲ ਮਿਟਾ ਨਹੀਂ ਸਕਦੇ ਤੇ ਗੁਰੂ ਕਾ ਸਿੱਖ ਜਿਹੜਾ ਹੈ ਉਸ ਅਵਸਥਾ ਨੂੰ ਪ੍ਰਾਪਤ ਕਰਕੇ ਉਹ ਆਪਦੇ ਕਰਮਾਂ ਦਾ ਫਲ ਮਿਟਾ ਦਿੰਦਾ ਹੈ। ਇਸੇ ਲਈ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤਿਆ। ਇਸੇ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਹੁਣ ਪਰਮੇਸ਼ਰ ਦਾ ਮਤਲਬ ਕੀ ਹੁੰਦਾ ਹੈ? ਪਰਮ ਈਸ਼ਵਰ। ਵੀ ਇਹ ਜਿਹੜੇ 5 ਈਸ਼ਵਰ ਹਨ, ਬ੍ਰਹਮਾ ਵਿਸ਼ਨ ਮਹੇਸ਼ ਸੂਰਜ ਦੁਰਗਾ ਆਦਿ, ਇਹਨਾਂ ਨੂੰ ਬਣਾਉਣ ਵਾਲਾ ਪਰਮ ਹੈ, ਇਹਨਾਂ ਤੋਂ ਪਰੇ ਹੈ। ਜੋ ਇਹਨਾਂ ਤੋਂ ਪਰਿਓ ਐਸਾ ਹੈ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਹੋ ਵੀ ਜਾਣੇ। ਬੜੀ ਚਰਜ ਗੱਲ ਹੈ ਵੀ ਉਹ ਇਹਨਾਂ ਤਿੰਨਾਂ ਨੂੰ ਵੇਖਦਾ ਹੈ ਵੀ ਕੀ ਕਰਦੇ ਹਨ, ਪਰ ਇਹ ਉਹਨੂੰ ਨਹੀਂ ਜਾਣ ਸਕਦੇ। ਉਹਨੂੰ ਪਰਮ ਈਸ਼ਵਰ ਕਿਹਾ ਹੈ। ਸੋ ਇਹ ਈਸ਼ਵਰ ਹੈ, ਮਹਾਦੇਵ ਈਸ਼ਵਰ ਹੈ। ਇਸ ਕਰਕੇ ਬ੍ਰਹਮ ਗਿਆਨੀ ਨੂੰ ਖੋਜਦਾ ਹੈ। ਤੇ ਬ੍ਰਹਮ ਗਿਆਨੀ ਕੌਣ ਹੈ? ਉਹ ਪਰਮ ਈਸ਼ਵਰ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ। ਲੱਭਦਾ ਹੈ ਮਹਾਦੇਵ ਜੋ ਈਸ਼ਵਰ ਹੈ ਬ੍ਰਹਮ ਗਿਆਨੀ ਨੂੰ। ਕਿਉਂ ਲੱਭਦਾ ਹੈ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਪਰਮ ਈਸ਼ਵਰ ਹੈ ਬ੍ਰਹਮ ਗਿਆਨੀ। ਜੋ ਗੁਰੂ ਨਾਨਕ
ਦੀ ਸਿੱਖਿਆ 'ਤੇ ਚੱਲਣ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ। ਇਸ ਕਰਕੇ ਗੁਰਸਿੱਖ ਸਾਰੇ ਬੰਧਨ ਆਪਣੇ ਕੱਟ ਲੈਂਦਾ ਹੈ। ਇਹ ਨਿਰਣਾ ਆਪਾਂ 5-6 ਦਿਨਾਂ ਵਿੱਚ ਪਿੱਛੇ ਕੀਤਾ ਸੀ ਤੇ ਹੁਣ ਚੱਲ ਰਹੀ ਆਤਮ ਵਿਚਾਰ, ਅੰਦਰ ਦੀ ਵਿਚਾਰ, ਸੂਖਮ ਵਿਚਾਰ। ਤੇ ਸੂਖਮ ਵਿਚਾਰ ਨੂੰ ਜਿੱਥੇ ਸਮਝਣਾ ਔਖਾ ਹੈ ਉੱਥੇ ਸਮਝ ਕੇ ਦੱਸਣਾ ਵੀ ਔਖਾ ਹੈ ਤੇ ਉੱਥੇ ਸੁਣ ਕੇ ਸਮਝਣਾ ਵੀ ਔਖਾ ਹੈ। ਜਿਹੜੇ ਬੰਦਗੀ ਵਾਲੇ ਹਨ ਐਸੀ ਗੱਲ ਨਹੀਂ ਸਮਝ ਨਹੀਂ ਆਉਂਦੀ। ਜਿਹੜੇ ਕੋਈ ਨਿਤਨੇਮ ਕਰਦੇ ਹਨ, ਬਾਣੀ ਪੜ੍ਹਦੇ ਹਨ, ਥੋੜ੍ਹਾ ਬਹੁਤ ਸਿਮਰਨ ਕਰਦੇ ਹਨ, ਉਹਨਾਂ ਦੀ ਗੱਲ ਸਮਝ ਵਿੱਚ ਆ ਜਾਂਦੀ ਹੈ। ਜੇ ਸੌਖਾ ਸਮਝਾਇਆ ਜਾਏ ਤਾਂ ਉਹ ਸਮਝ ਜਾਂਦੇ ਹਨ। ਐਸੀ ਗੱਲ ਨਹੀਂ ਸਮਝ ਨਹੀਂ ਆਉਂਦੀ। ਜਿਹੜੇ ਰੋਜ਼ ਦੇ ਸਰੋਤੇ ਹਨ ਉਹਨਾਂ ਦੀ ਵੀ ਗੱਲ ਸਮਝ ਵਿੱਚ ਆ ਜਾਂਦੀ ਹੈ, ਪਰ ਜ਼ਿਆਦਾ ਸਮਝ ਜਿਹੜੀ ਹੈ ਉਹ ਨਾਮ ਅਭਿਆਸੀਆਂ ਨੂੰ ਆਉਂਦੀ ਹੈ। ਉਹਨਾਂ ਦੇ ਕੋਈ ਨਾ ਕੋਈ ਗੱਲ ਤਜਰਬੇ ਵਿੱਚ ਆਈ ਹੁੰਦੀ ਹੈ ਨਾਮ ਜਪਦੇ ਆ, ਇਸ ਕਰਕੇ ਉਹ ਫਿਰ ਅਗਲੀ ਗੱਲ ਜਾਣਨ ਦੇ ਚਾਹਵਾਨ ਹੁੰਦੇ ਵੀ ਇਸ ਤੋਂ ਪਰੇ ਕੀ ਹੋਏਗਾ, ਵੀ ਆਹ ਤਾਂ ਮੈਨੂੰ ਅਨੁਭਵ ਹੋਇਆ। ਉਹਨਾਂ ਦੀ ਸਮਝ ਵਿੱਚ ਤੇ ਉਹ ਸੁਣਦੇ ਵੀ ਬੜੇ ਧਿਆਨ ਦੇ ਨਾਲ ਹਨ। ਜਿਨ੍ਹਾਂ 'ਤੇ ਸਤਿਗੁਰੂ ਦੀ ਰਹਿਮਤ ਹੈ, ਜਿੱਥੇ ਉਹ ਨਿਤਨੇਮ ਕਰਦੇ 5 ਬਾਣੀਆਂ ਦਾ, ਸਵੇਰੇ ਸ਼ਾਮੀ ਰਹਿਰਾਸ, ਸਾਉਣ ਲੱਗਿਆ ਸੋਹਲੇ ਦਾ ਪਾਠ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰਦੇ ਹਨ, ਉਹਨਾਂ ਦੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹਨਾਂ ਦੀ ਜਿਹੜੀ ਬੁੱਧੀ ਹੈ ਵਿਵੇਕ ਵਾਲੀ ਬੁੱਧੀ ਹੋ ਜਾਂਦੀ ਹੈ। ਵਿਵੇਕ ਕਿਹਨੂੰ ਕਹਿੰਦੇ ਹਨ? ਬਿਬ ਏਕ, ਬਿਬ ਨਾਮ ਹੈ 2 ਦਾ, ਇੱਕ ਨਾਮ ਹੈ ਏਕ ਦਾ। ਜੀਵ ਤੇ ਈਸ਼ਵਰ ਇਹ 2 ਲੱਗ ਰਹੇ ਹਨ। ਇਹਨਾਂ ਦੀ ਏਕਤਾ ਦਾ ਜੋ ਗਿਆਨ ਹੈ ਉਸ ਨੂੰ ਵਿਵੇਕ ਕਿਹਾ ਹੈ। ਉਹ ਵਿਚਾਰ ਫਿਰ ਹੁਣ ਜਦੋਂ ਇਹ ਕਰਮਾਂ ਦਾ ਨਿਰਣਾ ਹੋ ਗਿਆ, ਫਿਰ ਖਾਲਸੇ ਨੂੰ ਬੜੀ ਖੁਸ਼ੀ ਹੋਈ ਵੀ ਇਹ ਤਾਂ ਹੁਣ ਬਹੁਤ ਵਧੀਆ। ਫਿਰ ਕਹਿੰਦੇ ਜੀ ਹੋਰ ਹੁਣ ਦੱਸੋ। ਫਿਰ 15 ਪ੍ਰਸ਼ਨ ਉਹਨਾਂ ਹੋਰ ਕਰ ਦਿੱਤੇ ਇਕੱਠੇ ਹੀ। ਕਹਿੰਦੇ ਮਹਾਰਾਜ ਅਗਿਆਨ ਕੀ ਹੈ, ਮਾਇਆ ਕੀ ਹੈ, अविद्या की है, बंधन की है, मुक्ति की है, जागृत अवस्था की है, सुपना की है, सुखोपती गाढ़ी नींद की है, तो मूर्छा बेहोशी वो की है, समाधि की है, तो तुरियावस्था की है, साखी की है, जीव की है। इन्हां दा सारा रूप महाराज दसो सानू निर्णय करके। 5 कोश ਕੀ ਹਨ? ਹੁਣ ਇਹ ਬੜੇ ਡੂੰਘੇ ਪ੍ਰਸ਼ਨ ਹਨ, ਪਰ ਇਹਨਾਂ ਦਾ ਨਿਰਣਾ ਹੈ ਤਾਂ ਸਹੀ ਧਰਮ ਗ੍ਰੰਥਾਂ ਵਿੱਚ ਹੈ, ਵੇਦਾਂ ਵਿੱਚ ਵੀ ਹੈ, ਸ਼ਾਸਤਰਾਂ ਵਿੱਚ ਵੀ ਹੈ, ਸਾਰੇ ਧਰਮ ਗ੍ਰੰਥਾਂ 'ਚ ਨਿਰਣਾ ਹੈ ਇਹਨਾਂ ਦਾ। ਪਰ ਉੱਥੇ ਭੁਲੇਖਾ ਪੈ ਜਾਣਾ, ਸਹੀ ਨਿਰਣਾ ਨਹੀਂ ਹੁੰਦਾ। ਅੰਦਰੋਂ ਆਤਮਾ ਦੀ ਆਵਾਜ਼ ਨਹੀਂ ਆਉਂਦੀ ਵੀ ਇਹ ਸਹੀ ਹੈ। ਕਿਤੇ ਨਾ ਕਿਤੇ ਕਿਸੇ ਦੂਜੇ ਗ੍ਰੰਥ ਵਿੱਚ ਜਾ ਕੇ ਹੋਰ ਤਰੀਕੇ ਨਾਲ ਦੱਸਿਆ ਹੋਇਆ, ਉੱਥੇ ਹੋਰ ਅਰਥ ਬਣ ਜਾਂਦਾ ਹੈ ਤਾਂ ਸਹੀ ਸਾਰੇ ਲਿਖਿਆ ਹੋਇਆ। ਪਰ ਜਿਹੜੀ ਗੱਲ ਹੁਣ ਭਾਈ ਦਇਆ ਸਿੰਘ ਜੀ ਨੇ ਦੱਸਣੀ ਹੈ, ਉਹ ਜਿਹੜੀ ਵੇਦਾਂ ਸ਼ਾਸਤਰਾਂ ਦੇ ਪੜ੍ਹਨ ਤੋਂ ਵੀ ਸਮਝਣ ਤੋਂ ਵੀ ਸਮਝ ਵਿੱਚ ਨਹੀਂ ਆਈ, ਉਹ ਗੱਲ ਹੁਣ ਉਹਨਾਂ ਸਮਝਾਉਣੀ ਹੈ। ਸੋ ਬਾਕੀ ਦੇ ਪ੍ਰਸ਼ਨਾਂ ਦਾ ਉੱਤਰ ਆਪਾਂ ਸੁਣ ਚੁੱਕੇ ਹਾਂ। ਜੋ ਕੱਲ੍ਹ ਦੀ ਵਿਆਖਿਆ ਸੀ ਉਹਦੇ ਵਿੱਚ ਆਪਾਂ ਇਹ ਸਾਰਾ ਸਰਵਣ ਕੀਤਾ ਹੈ। ਅਗਿਆਨ ਦੇ ਬਾਰੇ, ਮਾਇਆ ਦੇ ਬਾਰੇ, ਅਵਿਦਿਆ ਦੇ ਬਾਰੇ, ਤਿੰਨਾਂ ਗੁਣਾਂ ਦੇ ਬਾਰੇ, ਇਹ ਸਾਰੀ ਵਿਚਾਰ, ਤੇ ਫਿਰ ਵਿਦਿਆ ਦੇ ਬਾਰੇ ਵੀ, ਤੇ ਜਾਗਰਤ ਅਵਸਥਾ ਦੀ ਵਿਚਾਰ ਵੀ ਆਪਾਂ ਸਰਵਣ ਕੀਤੀ ਹੈ। ਸੁਪਨਾ ਕੀ ਹੈ, ਗਾੜੀ ਨੀਂਦ ਕੀ ਹੈ, ਇਹ ਸਾਰੀਆਂ, ਤੇ ਇਹਨਾਂ ਤਿੰਨਾਂ ਅਵਸਥਾ ਦੇ ਮਾਲਕ ਕਿਹੜੇ ਹਨ, ਇਹਨਾਂ ਨੂੰ ਪ੍ਰਕਾਸ਼ਨ ਵਾਲੇ ਇਹਨਾਂ ਦੇ
ਇਹਨਾਂ ਨੂੰ ਸੁਫਰਨ ਕਰਨ ਵਾਲੇ ਕਹਿ ਲਓ। ਜਾਗਰਤ ਅਵਸਥਾ ਦਾ ਵਿਸ਼ਵਨਾਮੇ ਜੀਵ ਆਤਮਾ ਹੈ, ਸੁਪਨ ਦਾ ਤੇਜਸ ਹੈ, ਸੁਖੋਪਤੀ ਦਾ ਪ੍ਰਾਗ ਹੈ। ਇਹ ਪ੍ਰਾਗ ਤੇ ਤੇਜਸ ਤੇ ਵਿਸ਼ਵੇ ਕੀ ਹਨ, ਇਹ ਵੀ ਅਰਥ ਆਪਾਂ ਗੱਲ ਕਰ ਰਹੇ ਸਾਰੇ। ਅੱਗੇ ਫਿਰ ਬੇਹੋਸ਼ੀ ਕੀ ਹੈ, ਇਹਦੀ ਵਿਚਾਰ ਵੀ ਆਪਾਂ ਕੱਲ ਸਰਵਣ ਕੀਤੀ ਸੀ। ਮੂਰਛਾ ਕੀ ਹੈ, ਬੇਹੋਸ਼ੀ ਕੀ ਹੈ। ਤੇ ਹੁਣ ਅੱਗੇ ਚੱਲੇਗੀ ਗੱਲ ਸਮਾਧੀ ਦੀ। ਅੱਜ ਵੀ ਸਮਾਧੀ ਕੀ ਹੈ, ਸਮਾਧੀ ਕਿਵੇਂ ਲੱਗਦੀ ਹੈ, ਸਮਾਧੀ ਕਿਹਨੂੰ ਕਹਿੰਦੇ ਹਨ, ਸਮਾਧੀ ਕਿੰਨੇ ਤਰ੍ਹਾਂ ਦੀ ਹੈ। ਇਸ ਤੋਂ ਅੱਗੇ ਫਿਰ ਤੁਰੀਆ ਅਵਸਥਾ। ਜਿੰਨੀ ਕੁ ਸਤਿਗੁਰੂ ਜੀ ਸੋਝੀ ਦੇਣਗੇ, ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਹੋਏਗੀ। ਜਿਵੇਂ ਜਿਵੇਂ ਉਹ ਆਪ ਜੀ ਦੇ ਨਾਲ ਸੌਖੇ ਤੋਂ ਸੌਖੇ ਸ਼ਬਦਾਂ ਦੇ ਨਾਲ ਵਿਆਖਿਆ ਕਰਨ ਦੀ ਸਤਿਗੁਰੂ ਸੋਝੀ ਬਖਸ਼ਣ, ਤਾਂ ਕਿ ਸਾਰਿਆਂ ਦੀ ਸਮਝ ਵਿੱਚ ਆ ਜਾਵੇ। ਪਰ ਸਮਝਣਾ ਵੀ ਇਹ ਬਹੁਤ ਜ਼ਰੂਰੀ ਹੈ। ਨਾਨਕ ਬੋਲੇ ਬ੍ਰਹਮ ਵਿਚਾਰ। ਇਹ ਜਿਹੜੀ ਬ੍ਰਹਮ ਵਿਚਾਰ ਹੈ, ਜਿਹੜਾ ਸੁਣਦਾ ਹੈ, ਜਿਹੜਾ ਵਿਚਾਰਦਾ, ਸਾਰਿਆਂ ਦਾ ਉਧਾਰ ਕਰਨ ਵਾਲੀ ਹੈ। ਇਹਦਾ ਲਾਭ ਬਹੁਤ ਦੱਸਿਆ ਹੈ ਗੁਰਬਾਣੀ ਅੰਦਰ। ਕਿਉਂਕਿ ਇਹ ਵਿਚਾਰ ਕਰਨ ਦੇ ਨਾਲ ਫਿਰ ਜਦੋਂ ਅਸੀਂ ਅਭਿਆਸ ਇਹ ਸਾਡੀ ਬੁੱਧੀ ਵਿੱਚ ਜਦੋਂ ਜਾਣਕਾਰੀ ਆ ਗਈ ਇਹਨਾਂ ਚੀਜ਼ਾਂ ਦੀ, ਫਿਰ ਅਭਿਆਸ ਕਰਾਂਗੇ, ਬੜੀ ਛੇਤੀ ਫਿਰ ਪਹੁੰਚ ਜਾਵਾਂਗੇ। ਜਿਵੇਂ ਸਿੱਧਾ ਜਹਾਜ਼ ਫੜਿਆ ਦਿੱਲੀ ਤੋਂ ਤੇ ਸਿੱਧਾ ਪਟਨੇ ਆ ਗਏ, ਇਸ ਤਰ੍ਹਾਂ ਹੋਏਗਾ। ਫਿਰ ਜੇ ਸਾਰੀ ਵਿਚਾਰ ਸਾਡੀ ਬੁੱਧੀ ਵਿੱਚ ਸਮਝੀ ਹੋਏਗੀ ਪਹਿਲਾਂ, ਤੇ ਫਿਰ ਬੰਦਗੀ ਕਰਦਿਆਂ ਬਹੁਤ ਛੇਤੀ ਅਸੀਂ ਅੱਗੇ ਵਧਾਂਗੇ। ਇਸ ਕਰਕੇ ਇਹਦਾ ਬੜਾ ਮਹਾਤਮ ਦੱਸਿਆ। ਸੁਣਨ ਦਾ ਵੀ ਬੜਾ ਮਹਾਤਮ ਹੈ। ਸੋਰੋ ਵਿਚਾਰ, ਅਗਲੀ ਵਿਚਾਰ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ। ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਤੇਰੇ ਪੁੱਤੀ ਗਿਆਤਾ ਗਿਆਨ ਦੇ, ਜਹ ਭਾਦਾ ਬ੍ਰਹਮ ਭਾਵ ਕੋ ਲੀਨਾ। ਸੋ ਤ੍ਰਿਪੁਟੀ ਗਿਆਤਾ ਗਿਆਨ ਗੇ, ਜਹ ਪਾਸੈ ਬ੍ਰਹਮ ਭਾਵ ਕੋ ਲੀਨ। ਤ੍ਰਿਪੁਟੀ ਕਹਿੰਦੇ ਹਨ ਤਿੰਨ ਚੀਜ਼ਾਂ ਨੂੰ, ਗਿਆਤਾ, ਗਿਆਨ ਤੇ ਗੇ। ਗਿਆਤਾ ਕਹਿੰਦੇ ਹਨ ਵੀ ਜਿਵੇਂ ਅਸੀਂ ਕੋਈ ਚੀਜ਼ ਜਾਣਨੀ ਚਾਹੁੰਦੇ ਹਾਂ, ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਜਾਏ, ਇਹ ਹੋ ਗਿਆ ਗਿਆਤਾ। ਜਿਹੜਾ ਜਾਣਨਾ ਨਹੀਂ ਚਾਹੁੰਦਾ, ਜੋ ਜਗਿਆਸੂ ਹੈ, ਜੋ ਚਾਹਵਾਨ ਹੈ ਜਾਣਨ ਦਾ, ਇਹ ਹੋ ਗਿਆ ਗਿਆਤਾ। ਤੇ ਗਿਆਨ ਜਿਹਦੇ ਦੁਆਰਾ ਅਸੀਂ ਜਾਣਨਾ ਹੈ, ਉਹਨੂੰ ਗਿਆਨ ਕਹਿੰਦੇ ਹਨ। ਤੇ ਗੇ ਜਿਹਨੂੰ ਜਾਣਨਾ ਹੈ। ਤਿੰਨ ਚੀਜ਼ਾਂ ਹੋ ਗਈਆਂ। ਜਾਣਨ ਵਾਲਾ, ਜਿਹਦੇ ਕਰਕੇ ਜਾਣਿਆ ਜਾਏਗਾ, ਤੇ ਜਿਸ ਨੂੰ ਜਾਣਨਾ ਹੈ। ਇਹ ਤਿੰਨ ਚੀਜ਼ਾਂ, ਗਿਆਤਾ, ਗਿਆਨ ਤੇ ਗੇ, ਇਹ ਤਿੰਨ ਹੋ ਗਈਆਂ। ਇਹਨੂੰ ਤ੍ਰਿਪੁਟੀ ਕਹਿੰਦੇ ਹਨ। ਇਸੇ ਤਰ੍ਹਾਂ ਤ੍ਰਿਪੁਟੀਆਂ ਵੀ ਤਿੰਨ ਹਨ, ਤੇ ਤਿੰਨਾਂ ਦੀ ਇੱਕ ਵੀ ਬਣ ਜਾਂਦੀ ਹੈ। ਜਿਹੜੀ ਗੱਲ ਅਸੀਂ ਆਮ ਵਿਵਹਾਰ ਦੇ ਵਿੱਚ ਕਹਿੰਦੇ ਹਾਂ, ਉਹਨੂੰ ਪ੍ਰਮਾਤਾ, ਪ੍ਰਮਾਣ, ਪ੍ਰਮੇਯ ਕਹਿੰਦੇ ਹਨ। ਤੇ ਜਿਹੜੀ ਸ਼ਬਦਾਂ ਦੇ ਰੂਪ ਦੇ ਵਿੱਚ ਹੈ, ਉਸ ਨੂੰ ਗਿਆਤਾ, ਗਿਆਨ, ਗੇ ਕਹਿੰਦੇ ਹਨ। ਜਿਹੜੀ ਅੰਤਰੀਵ ਭਗਤੀ ਦੇ ਸਾਧਨਾ ਦੇ ਰੂਪ ਦੇ ਵਿੱਚ, ਉਸ ਨੂੰ ਧਿਆਤਾ, ਧਿਆਨ, ਤੇ ਕਹਿੰਦੇ ਹਨ। ਇਹ ਤਿੰਨ ਤਰ੍ਹਾਂ ਦੀਆਂ ਤਿੰਨ ਤ੍ਰਿਪੁਟੀਆਂ ਹਨ। ਤੇ ਤਿੰਨਾਂ ਦੀ ਫਿਰ
ਤਿੰਨਾਂ ਦੀਆਂ 9 ਬਣ ਜਾਂਦੀਆਂ, 9 ਦੀਆਂ 3 ਬਣ ਜਾਂਦੀਆਂ, 3 ਦੀ ਫਿਰ 1 ਹੀ ਬਣ ਜਾਂਦੀ ਹੈ ਅਖੀਰ ਵਿੱਚ। ਸੁਰੋਹ ਵਿਚਾਰ ਹੁਣ ਪੁੱਛਦੇ ਹਨ ਵੀ ਇਹ ਜਿੱਥੇ ਖਤਮ ਹੋ ਜਾਂਦਾ ਹੈ ਜਾਂ ਜਿੱਥੇ ਸਮਾਧੀ ਬਾਰੇ ਦੱਸਦੇ ਹਨ ਵੀ ਜਿੱਥੇ ਅਸੀਂ ਹੁਣ ਜਦੋਂ ਹੁਣ ਸਮਝਣ ਵਾਸਤੇ ਵੀ ਆਪਾਂ ਵਾਹਿਗੁਰੂ ਗੁਰੂ ਮੰਤਰ ਦਾ ਸਿਮਰਨ ਕਰਨ ਵਾਸਤੇ ਬਹਿ ਗਏ, ਚੌਂਕੜਾ ਮਾਰ ਲਿਆ, ਕਮਰ ਬਿਲਕੁਲ ਸਿੱਧੀ, ਸਾਵਧਾਨ ਹੋ ਕੇ ਅਡੋਲ ਬੈਠ ਗਏ। कि पहले बैठना अडोल जरूरी है, कमर सीधी होनी बहुत जरूरी है, इस तो बिना गल नहीं बनती। शुरू में जो अवस्था प्राप्त हो जाए फिर जिमें मर्जी, तो शुरू दे विच हुण असीं वाहिगुरू गुरु मंत्र लिया, असीं जानना चाहुंदे हाँ भी मन किवें टिके, ये जानना चाहुंदे हैं। ये ज्ञाता हो गया तो गुरबाणी ने सानू ज्ञान दिता भी सिमरन दे नाल मन टिकेगा, ये ज्ञान हो गया। तो फिर ये सिमरन करके वो गे जिन्हों असी जानना है उहदे वास्ते असी हुण बह गए। तो फिर सतगुरु जी ने दस्या है भी श्वासां दे नाल मिला के सिमरन करो। जो श्वास अंदर जावे तो वाहे, बाहर आवे तो गुरु। हुण इहदे विच सानू पता लगता है भी जो श्वास अंदर गया सी वाहे कहा, बाहर आया सी गुरु कहा। ये जिहड़ा पता लगना है ये ज्ञाता ज्ञान गे इनू कहिंदे हन भी सानू पता लग रहा है भी मैं नाम जप रहा हाँ, ये भी पता लग रहा है, वाहिगुरू नाम जप रहा हाँ, तो वाहिगुरू गे नू जानन दे वास्ते, ओदी प्राप्ति दे वास्ते इनू त्रिपटी कह दिता। हुण ये अभ्यास जिहड़ा है इसनू साविकल्प समाधि कहंदे, फुरने वाली समाधि, जिथे तिन्ने चीज़ां वखरियां वखरियां सानू पता लग रहा है भी मैं नाम जपण वाला हाँ, नाम वाहिगुरू है, ते नामी वाहिगुरू की प्राप्ति करनी है, नाम दे द्वारा नामी की प्राप्ति करनी है। ये तिन्ना चीज़ां दे जिथे सानू ज्ञान है और जिथे साडा ध्यान टिकिया, ये नहीं मन भज्जा फिरदा, ये गल नहीं, टिकिया होया जो है साविकल्प समाधि उन्होंने कहते हैं जो मन टिकिया होए। इस बारे सारे ही महापुरुष बड़े सत्कारयोग हैं, पर कईयां दा ऐसा हुंदा है भी वो अंदरले गुप्त भेद छेती दसदे नहीं, बड़ी मुश्किल नाल किते किसे किसे नूं। पर ऐसे साडे महापुरुष होए हैं संत बाबा ईसर सिंह जी राड़ा साहब वाले, उन्होंने सारियां गल्लां ओपन दस भी दित्तियां, जे किसी ने पूछया जो भी उन्होंने दसन लग्या संगत विच भी दस देंदे। सो रोह विचार, सो साविकल्प समाधि जिथे फुरना फुर रहा है, जिथे सानू अपने आप का पता लग रहा है, जिथे असी सिमरन कर रहे हाँ, वाहिगुरू मंत्र श्वास अंदर जा रहा है, बाहर आ रहा है, अंदर जांदियां वाहे कहा, बाहर आउंदियां गुरु कहा, ये जिथे सानू पता लग रहा है, ये भी पता लग रहा है साडा मन टिकिया होया है। जदों साडा मन समझ लो भी 144 सेकंड की धारणा दसी है महापुरखा राड़ा साहब वालिया ने, 144 सेकंड साडा मन टिक जाए सिमरन करदियां होइयां, इतना समा बाहर ना जाए, 60 सेकंड का 1 मिनट होंदा है, 120
ਸਕਿੰਟਾਂ ਦੇ 2 ਮਿੰਟ ਹੋ ਗਏ, ਵੀ ਮੋਟਾ ਮੋਟਾ 2.5 ਮਿੰਟ ਜੇ ਸਾਡਾ ਮਨ ਟਿਕ ਜਾਵੇ, 2.5 ਮਿੰਟ ਸਾਨੂੰ ਪਤਾ ਨਾ ਰਹੇ, ਪੂਰੀ ਇਕਾਗਰਤਾ ਹੋਵੇ, ਸਵਾਸ ਅੰਦਰ ਆਉਂਦੇ ਜਾਂਦੇ ਨਾਲ ਪੂਰਾ ਮਨ ਟਿਕਿਆ ਹੋਵੇ। ਫੁਰਨਾ ਤਾਂ ਹੋਵੇ ਪਰ ਫੁਰਨਾ ਬਾਹਰ ਨਾ ਨਿਕਲੇ, ਕਿਸੇ ਕੰਮ ਵਿੱਚ, ਕਿਸੇ ਵਿਹਾਰ ਵਿੱਚ ਕਿਤੇ ਹੋਰ ਨਾ ਧਿਆਨ ਜਾਵੇ। ਟਿਕਾ ਹੋਵੇ, 2.5 ਮਿੰਟ ਤੱਕ ਸਵਾਸਾਂ ਨਾਲ ਸਿਮਰਨ ਕਰਦਿਆਂ ਪੂਰਾ ਟਿਕਾ ਹੋਵੇ, ਪਾਸੇ ਨਾ ਜਾਵੇ ਮਨ। ਇਹ ਦੱਸੇਗਾ ਕੌਣ ਤੁਹਾਨੂੰ ਵੀ ਤੇਰਾ ਮਨ ਪਾਸੇ ਨਹੀਂ ਗਿਆ? ਉਹ ਦੱਸਣ ਵਾਲਾ ਆਤਮਾ ਹੈ, ਜਿਹਨੂੰ ਸਾਖੀ ਕਹਿ ਲਓ, ਦਿਸ਼ਟਾ ਕਹਿ ਲਓ, ਅੰਦਰ ਦਾ ਵੇਖਣ ਵਾਲਾ ਕਹਿ ਲਓ। ਉਹੀ ਫਿਰ ਦੱਸੇਗਾ ਵੀ ਇੰਨਾ ਚਿਰ ਹੋ ਗਿਆ ਤੇਰਾ ਮਨ ਕਿਸੇ ਪਾਸੇ ਨਹੀਂ ਗਿਆ। ਉਹ ਇਸ ਚੀਜ਼ ਦੀ ਗਵਾਹੀ ਦੇਗਾ, ਸਾਡਾ ਆਤਮਾ ਹੀ ਸਾਨੂੰ ਦੱਸੇਗਾ। ਇਹ 2.5 ਮਿੰਟ ਤੱਕ ਇਸ ਤਰ੍ਹਾਂ ਜੇ ਇਕਾਗਰਤਾ ਬਣ ਜਾਏ, ਸਮਝ ਲਓ ਵੀ ਇਹ ਬਹੁਤ ਵੱਡੀ ਸਫਲਤਾ ਵਾਲੀ ਗੱਲ ਹੈ। ਅਭਿਆਸੀ ਵਾਸਤੇ ਹੈ ਬੜਾ ਔਖਾ। ਮਨ ਟਿਕਣ ਨਾ ਪਾਵੇ ਰਾਈ। ਇਸ ਤੋਂ ਬਾਅਦ ਫਿਰ 5 ਮਿੰਟ ਤੱਕ ਕੋਸ਼ਿਸ਼ ਕਰੋ, ਤੇ ਜਦੋਂ ਅੱਧਾ ਘੰਟਾ ਤੁਸੀਂ ਅਭਿਆਸ ਕਰ ਲਿਆ ਬਿਨਾਂ ਬਾਹਰ ਮਨ ਦੇ ਗਿਆ, ਮਨ ਦਾ ਫੁਰਨਾ ਅੰਦਰ ਹੈ, ਗਿਆਤਾ ਗਿਆਨ ਕੇ ਅੰਦਰ ਹੈ, ਵਾਹਿਗੁਰੂ ਮੰਤਰ ਦਾ ਸਿਮਰਨ ਅੰਦਰ ਸਾਨੂੰ ਪੂਰਾ ਗਿਆਨ ਹੈ ਵੀ ਹੁਣ ਸਵਾਸ ਲਿਆ, ਵਾਹੇ ਕਿਹਾ, ਹੁਣ ਗੁਰੂ ਕਿਹਾ, ਉਹਦੇ ਵਿੱਚ ਹੀ ਜੁੜਿਆ ਰਹੇ, ਬਸ ਬਾਹਰ ਨਾ ਨਿਕਲੇ, ਕਿਸੇ ਚੀਜ਼ ਦਾ ਫੁਰਨਾ ਨਾ ਪੂਰੇ, ਕਿਤੇ ਭੱਜੇ ਨਾ ਮਨ, ਇੱਧਰ ਉੱਧਰ ਨਾ ਨਿਕਲੇ, ਬਿਲਕੁਲ ਅਡੋਲ ਰਹੇ। ਇਹਨੂੰ ਅਖੰਡਾਕਾਰ ਬਿਰਤੀ ਵੀ ਕਹਿੰਦੇ ਹਨ। ਇੱਕ ਰਸ ਅਖੰਡ 2.5 ਮਿੰਟ ਤੋਂ 5 ਮਿੰਟ, ਫਿਰ ਅਭਿਆਸ ਕਰਦਿਆਂ ਵਧਾਉਂਦਿਆਂ ਜਦੋਂ ਅੱਧੇ ਘੰਟੇ ਤੱਕ ਪਹੁੰਚ ਗਏ ਨਾ, ਉਦੋਂ ਫਿਰ ਇੱਕ ਸਮਾਧੀ ਬਣ ਗਈ। ਇਹਨੂੰ ਸਮਾਧੀ ਕਹਿੰਦੇ ਹਨ। ਵੀ ਇਹ ਨਹੀਂ ਐਵੇਂ ਅੱਖਾਂ ਜਿਹੀਆਂ ਮੀਚ ਕੇ ਬੰਦ ਗਏ ਤੇ ਕਿਹਾ ਜੀ ਬੜੀ ਸਮਾਧੀ ਲੱਗੀ ਹੋਈ ਹੈ, ਵੀ ਇੱਦਾਂ ਨਹੀਂ, ਇਹ ਸਮਾਧੀ ਨਹੀਂ ਹੈ। ਇਹ ਤਾਂ ਫੁਰਨੇ ਵਾਲੀ ਸਮਾਧੀ ਹੈ, ਪਹਿਲੀ ਜਿਹੜੀ ਸਾ ਵਿਕਲਪ। ਰਾੜਾ ਸਾਹਿਬ ਬਾਰੇ ਮਹਾਂਪੁਰਖ ਬੜੇ ਵਿਸਥਾਰ ਦੇ ਨਾਲ ਇਹ ਦੱਸਿਆ ਕਰਦੇ ਸਨ। ਸੋਰੋਹ ਵਿਚਾਰ ਅੱਧੇ ਘੰਟੇ ਤੱਕ ਜਦੋਂ ਮਨ ਟਿਕ ਜਾਏ, ਫਿਰ ਹੋਏਗਾ ਕੀ? ਤੁਸੀਂ 5 ਮਿੰਟ ਤੱਕ ਜੇ ਵੀ ਪੂਰਨ ਇਕਾਗਰਤਾ ਪ੍ਰਾਪਤ ਕਰ ਲਓ, ਵਾਹਿਗੁਰੂ ਗੁਰੂ ਮੰਤਰ ਦਾ ਸਿਮਰਨ ਕਰਦਿਆਂ ਸਵਾਸਾਂ ਨਾਲ ਮਿਲਾ ਕੇ, ਤੇ ਤੁਹਾਡਾ ਮਨ ਕਿਸੇ ਪਾਸੇ 5 ਮਿੰਟ ਤੱਕ ਨਾ ਜਾਵੇ, ਫਿਰ ਤੁਸੀਂ ਦੇਖੋਗੇ ਵੀ ਤੁਹਾਨੂੰ ਇੱਕ ਵੱਖਰੀ ਤਰ੍ਹਾਂ ਦੀ ਸ਼ਕਤੀ, ਐਨਰਜੀ, ਤਾਕਤ ਇੱਕ ਪ੍ਰਾਪਤ ਹੋਈ ਹੈ। ਕਦੀ ਤੁਹਾਨੂੰ ਇਹ ਲੱਗੇਗਾ ਵੀ ਤੁਰਿਆਂ ਜਾਂਦਿਆਂ ਮੇਰਾ ਸਰੀਰ ਜਿਹੜਾ ਹੈ ਇੰਨਾ ਹੌਲਾ ਫੁੱਲ ਵਰਗਾ ਹੋਗਾ ਵੀ ਮੇਰੇ ਧਰਤੀ 'ਤੇ ਪੈਰ ਹੀ ਨਹੀਂ ਲੱਗਦੇ ਪਏ, ਇੱਦਾਂ ਲੱਗੇਗਾ, ਇੰਨਾ ਹਲਕਾ ਸਰੀਰ ਹੋ ਜਾਏਗਾ। ਜੇ ਪੂਰੀ ਨੇ ਇਕਾਗਰਤਾ 5 ਮਿੰਟ ਤੱਕ ਹੋ ਜਾਏ ਤਾਂ ਉਸ ਤੋਂ ਬਾਅਦ ਫਿਰ ਅੱਗੇ ਹੋਰ ਰਿੱਧੀਆਂ ਸਿੱਧੀਆਂ ਫਿਰ ਤਾਕਤਾਂ ਵੀ ਆਉਂਦੀਆਂ ਹਨ। ਫਿਰ ਮਾਇਆ ਭੱਜਦੀ ਹੈ ਵੀ ਰੋਕੋ ਇਹਨੂੰ, ਇਹ ਨਿਕਲ ਚੱਲਿਆ ਮੇਰੇ ਜੰਜਾਲ 'ਚੋਂ। ਮਾਇਆ ਨਾਮ ਹੀ ਜੰਜਾਲਾਂ ਦਾ, ਉਹ ਫਿਰ ਦੌੜਦੀ ਹੈ, ਬੜੇ ਚਮਤਕਾਰ ਦਿਖਾਏਗੀ ਵੀ ਇਹਨੂੰ ਤੂੰ ਆਸ਼ੀਰਵਾਦ ਦੇ ਦੇ, ਇਹਦਾ ਕੰਮ ਹੋ ਜਾਏਗਾ, ਆਹ ਕੰਮ ਕਰਦੇ, ਉਹ ਕਰਦੇ, ਇੱਦਾਂ ਕਰ, ਉੱਦਾਂ ਕਰ। ਫਿਰ ਉਹ ਬੰਦਾ ਕਰਨ ਲੱਗ ਜਾਂਦਾ ਹੈ। ਜਦੋਂ ਕਰਨ ਲੱਗ ਗਿਆ ਤਾਂ ਫਿਰ ਉਹ ਜੰਜਾਲ 'ਚ ਫਸ ਗਿਆ, ਬਸ ਫਿਰ ਕੀ ਸੀ, ਫਿਰ ਤਾਂ ਮਾਨ ਵਡਿਆਈ ਪ੍ਰਭਤਾ 'ਚ ਫਸ ਕੇ ਉੱਥੇ ਹੀ ਰਹਿ ਗਿਆ। ਫਿਰ ਇਹ ਸਾਰੀਆਂ ਰੁਕਾਵਟਾਂ, ਸੁਤੇ ਸਿੱਧ ਜਿਹੜਾ ਹੋਏ ਉਹ ਵੱਖਰੀ ਗੱਲ ਹੈ। ਸੁਤੇ ਸਿੱਧ ਜਿਹੜਾ ਹੋ ਜਾਵੇ, ਸੁਭਾਵਕ ਹੀ ਜਿਹੜਾ ਹੋ ਜਾਵੇ, ਉਹ ਵੱਖਰੀ ਗੱਲ ਹੁੰਦੀ ਹੈ। ਪਰ ਜਾਣ ਕੇ ਜ਼ੋਰ ਦੇ ਨਾਲ ਕਿਸੇ ਨੂੰ ਕਹਿਣਾ ਵੀ ਤੇਰਾ ਆਹ ਕੰਮ ਹੋ ਜਾਏ, ਇੱਦਾਂ ਹੋ ਜਾਏ, ਉੱਦਾਂ ਹੋ ਜਾਏ, ਉਹ ਜਿਹੜਾ ਹੈ ਉਹ ਮਾਇਆ ਦਾ ਪ੍ਰਭਾਵ ਹੁੰਦਾ ਹੈ। ਸੋ ਜਦੋਂ 5 ਮਿੰਟ ਤੱਕ ਕੋਈ ਵੀ ਜਗਿਆਸੂ ਪਹੁੰਚ ਜਾਏਗਾ ਪੂਰਨ ਇਕਾਗਰਤਾ ਵਿੱਚ, ਇਹ ਤਾਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸਮਾਧੀ ਤਾਕਤਾਂ ਫਿਰ ਬਹੁਤ ਕੁਛ ਆ ਜਾਂਦਾ ਹੈ, ਪਰ ਉਹਨੂੰ ਅਜਰ ਨੂੰ ਜਰਨਾ ਪੈਂਦਾ ਹੈ। ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ।
ਜਿਹਨੇ ਅਜਰ ਨੂੰ ਜਰ ਲਿਆ। ਇਹ ਸਾਰੀਆਂ ਰੂਹਾਨੀ ਸ਼ਕਤੀਆਂ ਉਸੇ ਨੂੰ ਹੀ ਪ੍ਰਾਪਤ ਰਹਿਣੀਆਂ, ਪ੍ਰਾਪਤ ਹੋਣੀਆਂ ਤਾਂ ਠੀਕ ਹੈ, ਪਰ ਪ੍ਰਾਪਤ ਹੋ ਕੇ ਉਹ ਸਾਡੇ ਕੋਲ ਰਹਿਣ, ਅਜਰ ਜਰਨਾ ਬੜਾ ਔਖਾ ਹੈ। ਭਾਵੇਂ ਕਿਸੇ ਪਿਆਰ ਦੇ ਵਿੱਚ ਹੀ ਹੋਵੇ, ਅਥਾਹ ਪਿਆਰ ਦੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਮਤੀ ਦਾਸ ਦਾ ਬੜਾ ਪਿਆਰ ਹੈ, ਕਿਉਂਕਿ ਉਹਨਾਂ ਨੇ ਉਹ ਅਵਸਥਾ ਬਖਸ਼ੀ ਹੈ, ਉਹਨਾਂ ਦੀ ਸੇਵਾ ਕਰਕੇ ਸਾਰਾ ਕੁਝ ਮਿਲਿਆ ਹੈ। ਪਰ ਸਤਿਗੁਰੂ ਜੀ ਨੂੰ ਇਸ ਤਰ੍ਹਾਂ ਪਿੰਜੜੇ ਦੇ ਵਿੱਚ ਤਕਲੀਫ ਹੁੰਦੀ ਵੇਖ ਕੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਅਖੀਰ ਉਹਨਾਂ ਕਹਿ ਹੀ ਦਿੱਤਾ, ਮਹਾਰਾਜ ਜੇ ਤੁਸੀਂ ਕੁਝ ਨਹੀਂ ਕਰਨਾ ਤੇ ਮੈਨੂੰ ਆਗਿਆ ਦਿਓ, ਆਗਿਆ ਨਹੀਂ ਦੇਣੀ ਤੇ ਇਸ਼ਾਰਾ ਹੀ ਕਰ ਦਿਓ। ਮੈਂ ਪੂਰੀ ਦੁਨੀਆ 'ਚ ਜਿਹੜਾ ਤੁਰਕ ਨਾਮ ਹੈ ਨਾ, ਇਹ ਖਤਮ ਕਰ ਦਿਆਂਗਾ। ਜੇ ਦੁਨੀਆ 'ਚੋਂ ਨਹੀਂ ਕਰਨਾ ਤਾਂ ਹਿੰਦੁਸਤਾਨ 'ਚੋਂ ਮੈਂ ਨਸ਼ਟ ਕਰ ਦਿੰਦਾ ਹਾਂ। ਜੇ ਇਹ ਵੀ ਨਹੀਂ ਕਰਨਾ ਤੇ ਮਹਾਰਾਜ ਲਾਹੌਰ ਤੇ ਦਿੱਲੀ ਇਹਨਾਂ ਦੇ ਮੁੱਖ ਕੇਂਦਰ ਹਨ ਮੁਗਲਾਂ ਦੇ, ਇਹ ਦੋਹਾਂ ਨੂੰ ਮੈਂ ਹੱਥ ਦੀਆਂ ਤਲੀਆਂ ਤੇ ਚੁੱਕ ਕੇ ਤਾੜੀ ਮਾਰ ਕੇ ਪੜ੍ਹਾ ਕੇ ਇਹਨਾਂ ਨੂੰ ਨਸ਼ਟ ਕਰਕੇ ਗਰਕ ਕਰ ਦੇਣਾ ਧਰਤੀ ਦੇ ਵਿੱਚ। ਹੁਣ ਹੈ ਤਾਂ ਪਿਆਰ ਦੇ ਵਿੱਚ ਸੀ, ਪਿਆਰੇ ਨੂੰ ਦੁੱਖ ਵਿੱਚ ਵੇਖ ਕੇ ਬਰਦਾਸ਼ਤ ਨਹੀਂ ਸੀ ਹੋ ਰਿਹਾ। ਹੈ ਤਾਂ ਪਿਆਰ ਦੇ ਵਿੱਚ ਸੀ ਗੱਲ, ਕੋਈ ਆਪਣਾ ਸਵਾਰਥ ਨਹੀਂ, ਆਪਣਾ ਕੋਈ ਮਤਲਬ ਨਹੀਂ, ਕੋਈ ਮਾਣ ਵਡਿਆਈ ਦੀ ਇੱਛਾ ਨਹੀਂ, ਕੁਝ ਵੀ ਨਹੀਂ, ਉਹ ਪਿਆਰ ਦੇ ਵਿੱਚ ਸੀ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਮਤੀ ਦਾਸ ਇੰਨੀ ਤਾਕਤ ਤੈਨੂੰ ਕਿੱਥੋਂ ਮਿਲ ਗਈ? ਬੜੀ ਤਾਕਤ ਹੈ ਤੇਰੇ ਵਿੱਚ। ਕਹਿਣ ਲੱਗੇ ਮਹਾਰਾਜ ਇਹ ਤੁਹਾਡੀ ਸੇਵਾ ਕਰਕੇ ਪ੍ਰਾਪਤ ਕੀਤੀ ਹੈ। ਤੇ ਸਤਿਗੁਰੂ ਜੀ ਕਹਿੰਦੇ ਵੀ ਜਿਨ੍ਹਾਂ ਦੀ ਸੇਵਾ ਕਰਕੇ ਤੈਨੂੰ ਇੰਨੀ ਤਾਕਤ ਮਿਲ ਗਈ ਕਿ ਉੱਥੇ ਤਾਕਤ ਨਹੀਂ ਹੈ। ਸਿਰ ਝੁਕਾ ਦਿੱਤਾ। ਸਤਿਗੁਰੂ ਜੀ ਕਹਿੰਦੇ ਸ਼ਾਂਤ ਰਹਿ। ਫਿਰ ਸਤਿਗੁਰੂ ਜੀ ਨੇ ਵਿਚਾਰਿਆ ਵੀ ਕਿਤੇ ਇਹ ਨਾ ਹੋਵੇ ਵੀ ਕਿਤੇ ਕੁਛ ਕਾਰੀ ਨਾ ਬੈਠੇ। ਸਤਿਗੁਰੂ ਕਹਿੰਦੇ ਚੰਗਾ ਇਉਂ ਕਰ ਵੀ ਸਾਨੂੰ ਮੱਥਾ ਟੇਕ। ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਚੰਗਾ ਵੀ ਹੁਣ ਜੇ ਤੇਰੀ ਮਰਜ਼ੀ ਹੈ ਕਰ ਲੈ, ਹੁਣ ਤੈਨੂੰ ਖੁੱਲ੍ਹੀ ਛੁੱਟੀ ਹੈ। ਕਹਿੰਦਾ ਮਰ ਹੁਣ ਮੇਰੇ ਪੱਲੇ ਹੀ ਕੱਖ ਨਹੀਂ ਰਿਹਾ, ਹੁਣ ਮੈਂ ਕੀ ਕਰਨਾ ਹੈ? ਤੇ ਸਾਰਾ ਕੁਝ ਵਾਪਸ ਲੈ ਲਿਆ ਤੁਸੀਂ, ਹੁਣ ਰਿਹਾ ਹੀ ਨਹੀਂ ਮੇਰੇ ਕੋਲ, ਹੁਣ ਮੈਂ ਕੀ ਕਰਾਂਗਾ? ਸੋ ਇਸੇ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨਿਆਵਤ। ਜਿਹਨੇ ਅਜਰ ਨੂੰ ਜਰ ਲਿਆ, ਇਹ ਰੂਹਾਨੀ ਅਵਸਥਾ, ਰੂਹਾਨੀ ਤਾਕਤਾਂ ਉਸੇ ਨੂੰ ਹੀ ਬਣ ਆਉਂਦੀਆਂ ਹਨ। ਉਹ ਆਪ ਕੁਛ ਨਹੀਂ ਕਰਦਾ। ਪਰ ਇਹ ਵੀ ਹੈ ਪਰਮਾਤਮਾ ਦੀ ਮਰਿਆਦਾ, ਸੰਤਨ ਦੁੱਖ ਪਾਏ ਤੇ ਦੁਖੀ। ਜੋ ਪ੍ਰਭੂ ਦੇ ਪਿਆਰ, ਉਹ ਨਹੀਂ ਕੁਝ ਕਰਦਾ, ਉਹ ਫੁਰਨਾ ਵੀ ਨਹੀਂ ਉਠਾਉਂਦਾ, ਕਿਸੇ ਦਾ ਬੁਰਾ ਨਹੀਂ ਕਰਦਾ, ਸੋਚਦਾ ਨਹੀਂ, ਕੁਛ ਨਹੀਂ ਕਰਦਾ। ਪਰ ਜੇ ਹੁਣ ਉਹਨੂੰ ਕੋਈ ਤੰਗ ਕਰਦਾ ਹੈ, ਕੋਈ ਦੁਖੀ ਕਰਦਾ ਹੈ, ਫਿਰ ਪਰਮਾਤਮਾ ਦੁਖੀ ਹੋ ਕੇ ਉਹਨੂੰ ਸਜ਼ਾ ਦੇਵੇ, ਉਹ ਹੁਣ ਪਰਮਾਤਮਾ ਦੀ ਮਰਜ਼ੀ ਹੈ। ਉਹਨੇ ਕੀ ਕਰਨਾ ਹੈ, ਉਹਨੂੰ ਕੌਣ ਰੋਕ ਸਕਦਾ ਹੈ? ਉਹਦੀ ਮਰਜ਼ੀ ਹੈ। ਰੋਹ ਵਿਚਾਰ। ਸੋ ਇਹ ਆਪਾਂ ਗੱਲ ਕੀਤੀ ਸੀ ਵੀ ਸਾ ਵਿਕਲਪ ਸਮਾਧੀ ਕਿਹੜੀ ਹੈ। ਇਹਦੇ ਵਿੱਚ ਫਿਰ ਅੱਗੇ ਜਦੋਂ ਧਿਆਨ ਅਸੀਂ 5 ਮਿੰਟ ਤੱਕ ਚਲੇ ਜਾਵਾਂਗੇ, ਫਿਰ ਸਾਨੂੰ ਇਹ ਵੀ ਨਹੀਂ ਪਤਾ ਰਹਿਣਾ ਕਿਸੇ ਚੀਜ਼ ਦਾ ਬਾਹਰਲੀ ਸੋਝੀ। ਤ੍ਰਿਪਟੀ ਵਿਗਿਆਤਾ ਗਿਆਨ ਗੇ, ਇਹ ਵੀ ਜਿਹੜਾ ਹੈ ਫਿਰ ਇਹ ਵੀ ਫੁਰਨਾ ਖਤਮ ਹੋ ਜਾਏਗਾ। ਇਹਨੂੰ ਅੱਗੇ ਦੱਸ ਰਹੇ ਹਨ। ਸਮਾਧ ਤਹਿ ਸਮਾਧ ਸਭ ਵਿਕਲਪ ਕਹਿਤ ਹੈ, ਜਹ ਤ੍ਰਿਪੁਟੀ ਵਿਕਲਪ ਬਹੀਨ। ਸੋ ਇਹ ਸਾ ਵਿਕਲਪ ਫੁਰਨੇ ਦੇ ਸਹਿਤ ਸਮਾਧੀ ਕਹਿੰਦੇ ਹਨ। ਜਿਦ ਫੁਰਨਾ ਹੈ ਅੰਦਰ, ਵਾਹਿਗੁਰੂ ਮੰਤਰ ਵੀ ਫੁਰਨੇ ਨਾਲ ਹੀ ਜਪਦੇ ਹਾਂ, ਮਨ ਕਰਕੇ ਜਪਦੇ ਹਾਂ। ਜਿੱਥੇ ਤੱਕ ਫੁਰਨਾ ਹੈ, ਭਾਵੇਂ ਇਕਾਗਰਤਾ ਪੂਰਨ ਹੈ, ਵਾਹਿਗੁਰੂ ਮੰਤਰ ਵਿੱਚ ਇਕਾਗਰਤਾ ਹੈ, ਇਹ ਤ੍ਰਿਪੁਟੀ ਹੈ। ਸੋ ਇਹਦਾ ਅਭਿਆਸ ਕਰਦਿਆਂ ਕਰਦਿਆਂ ਫਿਰ ਉਹ ਇੰਨੀ ਇਕਾਗਰਤਾ ਵੱਧ ਜਾਂਦੀ ਹੈ
ਜਦੋਂ ਸਮੇਂ ਦਾ ਪਤਾ ਨਾ ਲੱਗੇ, ਉਹ ਉੱਥੇ ਫਿਰ ਤ੍ਰਿਪਟੀ ਨਹੀਂ ਰਹਿੰਦੀ। ਸਿਮਰਨ ਤਾਂ ਵਾਹਿਗੁਰੂ ਮੰਤਰ ਦਾ ਹੋ ਰਿਹਾ ਹੈ, ਪਰ ਉਹਨੇ ਇੰਨੀ ਇਕਾਗਰਤਾ ਵੱਧ ਗਈ, ਉੱਥੇ ਟਾਈਮ ਦਾ ਹੀ ਪਤਾ ਨਹੀਂ ਰਹਿੰਦਾ। ਇੰਨਾ ਟਿਕਾ ਹੁੰਦਾ ਹੈ ਵੀ 2-3 ਘੰਟੇ ਬੈਠਿਆਂ ਨੂੰ ਲੱਗ ਜਾਣ, ਤੇ ਜਦੋਂ ਕਿਤੇ ਉਹ ਹੋਸ਼ ਆਉਂਦੀ ਹੈ ਬਾਅਦ ਵਿੱਚ ਵੇਖਦਾ ਹੈ ਤੇ ਇਹ ਤਾਂ ਇੰਨਾ ਸਮਾਂ ਹੋ ਗਿਆ, ਉਹਨੂੰ ਲੱਗਦਾ ਵੀ 5 ਮਿੰਟ ਵੀ ਨਹੀਂ ਹੋਏ, ਉਹਦੇ 3-4 ਘੰਟੇ ਬੀਤ ਜਾਂਦੇ ਹਨ। ਉਹ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਦੇ ਬਾਰੇ ਵਿਚਾਰ ਕੀਤੀ ਸੀ ਪਰਸੋਂ ਚੌਥੇ, ਜਿਵੇਂ ਉਹਨਾਂ ਨੂੰ ਸਿਮਰਨ ਕਰਦਿਆਂ ਸਮਾਧੀ ਵਿੱਚ ਇਕਾਗਰਤਾ ਹੋਈ, ਡਿਊਟੀ ਦਾ ਟਾਈਮ ਹੀ ਲੰਘ ਗਿਆ। ਫਿਰ ਕਲਗੀਧਰ ਪਾਤਸ਼ਾਹ ਨੇ ਡਿਊਟੀ ਉਹਨਾਂ ਦੇ ਥਾਂ ਦਿੱਤੀ, ਤੇ ਫਿਰ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੀ ਡਿਊਟੀ ਕੀਤੀ, ਬਾਕੀ ਡਿਊਟੀਆਂ ਸਭ ਛੱਡ ਦਿੱਤੀਆਂ ਸਰਕਾਰੀ। ਸੁਰੋਹ ਵਿਚਾਰ, ਜਿੱਥੇ ਤ੍ਰਿਪਟੀ ਵੀ ਇਤਨੀ ਇਕਾਗਰਤਾ ਹੋਵੇ, ਕੁਝ ਵੀ ਪਤਾ ਨਾ ਰਹੇ, ਜਹ ਤ੍ਰਿਪਟੀ ਵਿਕਲਪ ਵਿਹੀਨ, ਇਸ ਤੋਂ ਰਹਿਤ ਹੋਵੇ, ਇਹਦਾ ਨਾਂ ਸਾ ਵਿਕਲਪ ਸਮਾਧੀ ਹੈ। ਇੱਕ ਬ੍ਰਹਮ ਭਾਵ ਸਮੇਤ ਸਮਾਧੀ, ਨਿਰਵਿਕਲਪ ਤਹਿ ਕੋ ਮਨ ਚੀਨ। ਹੁਣ ਬ੍ਰਹਮ ਭਾਵ ਹੋਵੇ ਵਿੱਚ, ਉਹ ਸਮਾਧੀ, ਉਹਨੂੰ ਫੁਰਨੇ ਤੋਂ ਰਹਿਤ। ਹੁਣ ਬ੍ਰਹਮ ਭਾਵ ਦਾ ਮਤਲਬ ਕੀ ਹੈ? ਬ੍ਰਹਮ ਭਾਵ ਦਾ ਮਤਲਬ ਇਹ ਹੈ, ਜਿਸ ਤਰ੍ਹਾਂ ਵਾਹਿਗੁਰੂ ਦਾ ਅਰਥ ਕੀ ਹੈ? ਵਾਹੇ ਦਾ ਅਰਥ ਹੈ ਅਚਰਜ ਤੇ ਬਿਸਮਾਦ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਉਹਨੂੰ ਆਪਾਂ ਅਚਰਜ ਕਹਿੰਦੇ ਵੀ ਆਹ ਗੱਲ ਤਾਂ ਬੜੀ ਅਚਰਜ ਹੋ ਗਈ। ਬਿਸਮਾਦ ਐਸਾ ਆਨੰਦ, ਐਸੀ ਖੁਸ਼ੀ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਉਹ ਐਸੀ ਜਿਹੜੀ ਵਾਹੇ ਦਾ ਅਰਥ ਹੁੰਦਾ ਹੈ ਅਚਰਜ ਤੇ ਬਿਸਮਾਦ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ। ਤੇ ਗੁਰੂ ਦਾ ਅਰਥ ਹੁੰਦਾ ਹੈ ਪਰਮ ਪ੍ਰਕਾਸ਼, ਡਿਵਾਈਨ ਲਾਈਟ ਕਹਿ ਦਿਓ। ਤਾਂ ਅੰਗਰੇਜ਼ੀ ਵਿੱਚ ਜਿਹੜੇ ਸ਼ਬਦ ਹਨ ਪੂਰੇ ਨਹੀਂ ਪਹੁੰਚਦੇ, ਉਰੇ ਉਰੇ ਹੀ ਰਹਿ ਜਾਂਦੇ ਹਨ। ਪਰਮ ਪ੍ਰਕਾਸ਼ ਦਾ ਮਤਲਬ ਇਹ ਹੁੰਦਾ ਹੈ ਵੀ ਜਿਸ ਪ੍ਰਕਾਸ਼ ਵਰਗਾ ਹੋਰ ਕੋਈ ਦੂਸਰਾ ਪ੍ਰਕਾਸ਼ ਹੈ ਹੀ ਨਹੀਂ, ਜਿਸ ਪ੍ਰਕਾਸ਼ ਦੀ ਕਿਸੇ ਪ੍ਰਕਾਸ਼ ਦੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ, ਉਹਨੂੰ ਪਰਮ ਪ੍ਰਕਾਸ਼ ਕਹਿੰਦੇ ਹਨ। ਹੁਣ ਇਹ ਹੋ ਗਿਆ ਵਾਹਿਗੁਰੂ ਮੰਤਰ ਦਾ ਅਰਥ, ਅਚਰਜ ਬਿਸਮਾਦ ਪਰਮ ਪ੍ਰਕਾਸ਼। ਆਪਾਂ ਵਿਆਖਿਆ ਕਰਨੀ ਹੈ ਨਿਰਵਿਕਲਪ ਸਮਾਧੀ ਦੀ। ਹੁਣ ਜਦੋਂ ਇਕਾਗਰਤਾ ਸਹਿਤ ਪਹਿਲਾਂ ਫੁਰਨੇ ਦੇ ਨਾਲ ਨਾਮ ਜਪਦੇ ਹਾਂ, ਸਮੇਂ ਦਾ ਪਤਾ ਨਹੀਂ ਰਹਿੰਦਾ, ਉੱਥੇ ਤ੍ਰਿਪਟੀ ਗਿਆਤਾ ਗਿਆਨ ਗੇ ਵੀ ਨਹੀਂ ਰਹਿੰਦੇ, ਇਹ ਸਾਵਿਕਲਪ ਸਮਾਧੀ ਹੋ ਗਈ। ਨਿਰਵਿਕਲਪ ਹੁੰਦੀ ਹੈ ਵੀ ਅਚਰਜ ਬਿਸਮਾਦ ਪਰਮ ਪ੍ਰਕਾਸ਼, ਇਹ ਵਾਹਿਗੁਰੂ ਮੰਤਰ ਦਾ ਅਰਥ ਹੈ। ਹੁਣ ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ ਉੱਥੇ, ਜਿੱਥੇ ਫੁਰਨਾ ਨਹੀਂ ਹੈ, ਉੱਥੇ ਕਿੱਥੇ ਧਿਆਨ ਜੋੜਨਾ? ਉੱਥੇ ਫਿਰ ਧਿਆਨ ਕਿੱਥੇ ਜਾਏਗਾ? ਉੱਥੇ ਧਿਆਨ ਜਾਏਗਾ ਵਾਹਿਗੁਰੂ ਗੁਰੂ ਮੰਤਰ ਦੇ ਅਰਥਾਂ ਦੇ ਭਾਵ ਦੇ ਵਿੱਚ, ਅਰਥ ਤੋਂ ਵੀ ਪਰੇ। ਵਾਹਿਗੁਰੂ ਗੁਰੂ ਮੰਤਰ ਦਾ ਅਰਥ ਹੈ ਅਚਰਜ ਬਿਸਮਾਦ ਪਰਮ ਪ੍ਰਕਾਸ਼, ਇਹਦੇ ਵਿੱਚ ਧਿਆਨ ਜੋੜਨਾ। ਹੁਣ ਸਵਾਸਾਂ ਨਾਲ ਨਹੀਂ ਹੁੰਦਾ, ਫਿਰ ਨਿਰਵਿਕਲਪ ਸਮਾਧੀ ਬਿਨਾਂ ਸਵਾਸਾਂ ਤੋਂ ਹੁੰਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਫਰਮਾਇਆ, ਸਾਸਨ ਸਾਸ ਸਾਸ ਬਲ ਪਾਈ ਹੈ, ਨਿਹ ਸਾਸਨ ਨਾਮ ਧਿਆਵੇਗੋ, ਬਿਨਾਂ ਸਵਾਸਾਂ ਤੋਂ। ਹੁਣ ਕੋਈ ਸਵਾਸਾਂ ਦਾ ਧਿਆਨ ਨਹੀਂ, ਕੇਵਲ ਅਡੋਲ ਹਿਰਦੇ ਵਿੱਚ ਆਂਦਿਨ ਹਿਰਦੈ ਜਪੋ ਜਗਦੀਸ਼ਾ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਉਹ ਹੈ। ਉੱਥੇ ਪਹਿਲਾਂ ਤਾਂ ਤੁਹਾਡਾ ਧਿਆਨ ਜਾਏਗਾ ਵਾਹਿਗੁਰੂ ਮੰਤਰ ਦੇ ਅਰਥਾਂ ਦੇ ਵਿੱਚ, ਤੇ ਜਦੋਂ ਇਕਾਗਰਤਾ ਬਣੇਗੀ, ਜਿੱਥੇ ਸਾਰੇ ਫੁਰਨੇ ਮਨ ਲੀਨ ਹੋ ਜਾਏਗਾ, ਇਹੋ ਮਨ ਲੀਨ ਭਏ ਸੁਖ ਦਿਓ। ਜਦੋਂ ਮਨ ਲੀਨ ਹੋਏਗਾ ਉਦੋਂ ਬੜਾ ਸੁਖ ਮਿਲੇਗਾ, ਇਹੀ ਮਨ ਸੁੱਖਾਂ ਦਾ ਦਾਤਾ ਵੀ ਬਣ ਜਾਏਗਾ ਤੁਹਾਡਾ।
ਜਦੋਂ ਲੀਨ ਹੋ ਜਾਏਗਾ। ਸੋ ਵਾਹਿਗੁਰੂ ਗੁਰੂ ਮੰਤਰ ਦੇ ਅਰਥ ਆਚਾਰਜ ਬਿਸਮਾਦ ਇੱਥੋਂ ਸ਼ੁਰੂ ਕਰਨਾ ਹੈ। ਇੱਥੋਂ ਫਿਰ ਆਚਾਰਜ ਬਿਸਮਾਦ ਦੇ ਭਾਵ ਦੇ ਵਿੱਚ ਅਰਥਾਂ ਤੋਂ ਅੱਗੇ ਆਉਂਦਾ ਅਰਥ ਦਾ ਭਾਵ, ਉੱਥੇ ਧਿਆਨ ਦਾ ਚਲੇ ਜਾਣਾ, ਇੰਨਾ ਸੂਖਮ ਹੋ ਜਾਣਾ, ਉਸ ਨੂੰ ਨਿਰਵਿਕਲਪ ਸਮਾਧੀ ਕਹਿੰਦੇ ਹਨ। ਹੁਣ ਕੋਸ਼ਿਸ਼ ਕੀਤੀ ਹੈ, ਸਤਿਗੁਰੂ ਦੀ ਰਹਿਮਤ ਹੈ, ਆਪ ਸਾਰਿਆਂ ਸੰਗਤਾਂ ਨੇ ਜ਼ਰੂਰ ਸਮਝਿਆ ਹੈ। ਸਾਰੇ ਸਿਆਣੇ ਉਹ ਸੰਗਤ ਵਿੱਚ ਕਈ ਵਾਰ ਬੜੇ ਬੜੇ ਸਿਆਣੇ ਗੁਰਸਿੱਖ ਬੰਦਗੀ ਵਾਲੇ ਵੀ ਹੁੰਦੇ ਹਨ, ਤਾਂ ਹੀ ਸੰਗਤ ਦਾ ਗੁਣ ਬਹੁਤ ਵੱਡਾ ਲਾਭ ਦੱਸਿਆ ਹੈ। ਸੋ ਇੰਨਾ ਕੁ ਅੱਜ ਹੋ ਸਕਿਆ ਹੈ। ਅੱਗੇ ਹੁਣ ਜੇ ਪੌੜੀ ਆਪਾਂ ਪੂਰੀ ਕਰ ਲਈਏ, ਸੋ ਇਹਨਾਂ ਅਵਸਥਾ ਦਾ ਮਾਲਕ ਕਿਹੜਾ ਹੈ, ਇਹ ਹੁਣ ਦੱਸਣਗੇ ਭਾਈ ਦਇਆ ਸਿੰਘ ਜੀ। ਵੀ ਸਾ ਵਿਕਲਪ ਸਮਾਧੀ ਵੀ ਆਪਾਂ ਸਮਝ ਗਏ ਵਾਹਿਗੁਰੂ ਗੁਰੂ ਮੰਤਰ ਦੇ ਅਭਿਆਸ ਦੇ ਨਾਲ, ਤੇ ਨਿਰਵਿਕਲਪ ਵੀ ਸਮਝ ਗਏ ਵੀ ਜਿੱਥੇ ਮਨ ਕੇਵਲ ਵਾਹਿਗੁਰੂ ਮੰਤਰ ਦੇ ਅਰਥਾਂ ਦੇ ਭਾਵ ਦੇ ਵਿੱਚ ਟਿਕੇ, ਉਹ ਫੁਰਨੇ ਤੋਂ ਰਹਿਤ ਸਮਾਧੀ ਹੋ ਗਈ। ਅੱਗੇ ਹੁਣ ਦੱਸਦੇ ਇਸ ਅਵਸਥਾ ਦਾ ਸਹਾਇਕ ਮਦਦਗਾਰ ਜਿਹੜਾ ਜੀਵ ਆਤਮਾ ਉਹ ਕਿਹੜਾ ਹੈ, ਉਹ ਵਿਚਾਰ ਕਰਕੇ ਆਪਾਂ ਅੱਜ ਇੱਕ ਪੌੜੀ ਵੀ ਮੁਸ਼ਕਲ ਨਾਲ ਹੋ ਰਹੀ ਹੈ, ਸਤਿਗੁਰੂ ਬਖਸ਼ਿਸ਼ ਕਰਨ। ਕੋਸ਼ਿਸ਼ ਇਹ ਹੈ ਵੀ ਅੱਗੇ ਨਾ ਭੱਜੀਏ ਤੇ ਨਿਰਣਾ ਕਰਕੇ ਚੱਲੀਏ, ਵੀ ਸਮਝ ਸਮਝ ਕੇ ਚੱਲੀਏ, ਵੀ ਆਪ ਨੂੰ ਵੀ ਕੁਝ ਪੱਲੇ ਪੈ ਜਾਏ, ਸੰਗਤ ਨੂੰ ਵੀ, ਸੁਣਨ ਵਾਲਿਆਂ ਨੂੰ ਵੀ ਪੱਲੇ ਪਵੇ। ਇਹਦੇ ਵਾਸਤੇ ਫਿਰ ਸਮਾਂ ਲੱਗਦਾ ਹੈ। ਸਮਾਂ ਸਾਰਾ ਆਪਣਾ ਹੀ ਹੈ, ਆਪਾਂ ਕਿਹੜਾ ਕਿਤੇ ਭੱਜ ਕੇ ਜਾਣਾ ਹੈ ਜਾਂ ਬੜੀ ਕਾਹਲੀ ਪਈ ਹੈ ਵੀ ਛੇਤੀ ਭੋਗ ਪਾਉਣਾ ਹੈ, ਐਸਾ ਵੀ ਕੁਝ ਵੀ ਨਹੀਂ ਹੈ। ਐਵੇਂ ਕਾਹਲਾਪਨ ਅੰਦਰ, ਕਾਹਲਾਪਨ ਜਿਹੜਾ ਹੈ ਉਹ ਅਸ਼ਾਂਤੀ ਪੈਦਾ ਕਰਦਾ ਹੈ। ਕਿਸੇ ਕੰਮ ਵਿੱਚ ਕਾਹਲੇ ਪੈ ਜਾਓਗੇ, ਉਹ ਜਿਵੇਂ ਆਮ ਪੰਜਾਬੀ ਦੀ ਗੱਲ ਕਾਹਲੀ ਅੱਗੇ ਟੋਏ, ਉਹ ਕਾਹਲੀ ਵਾਲਾ ਕੰਮ ਸਫਲ ਨਹੀਂ ਹੁੰਦਾ। ਤੇ ਜੇ ਟਿਕਾ ਦੇ ਨਾਲ ਕੀਤਾ ਜਾਏ, ਗੰਭੀਰਤਾ ਦੇ ਨਾਲ ਕੀਤਾ ਜਾਏ, ਉਹ ਫਿਰ ਸੁਖਦਾਈ ਵੀ ਹੁੰਦਾ ਹੈ ਤੇ ਸਫਲ ਵੀ ਹੁੰਦਾ ਹੈ। ਹੁਣ ਇੱਥੇ ਫਿਰ ਪੁੱਛ ਲਿਆ ਭਾਈ ਦਇਆ ਸਿੰਘ ਜੀ ਨੂੰ ਖਾਲਸੇ ਨੇ, ਮਹਾਰਾਜ ਇਹ ਤਾਂ ਤੁਸੀਂ ਦੱਸਦਾ ਬਹੁਤ ਵਧੀਆ ਹੈ ਵੀ ਸਾ ਵਿਕਲਪ ਸਮਾਧੀ ਜਿੱਥੇ ਗਿਆਤਾ ਗਿਆਨ ਗੇ, ਜੈ ਪਾਸੈ ਬ੍ਰਹਮ ਭਾਵ ਕੋ ਲੀਨ, ਬ੍ਰਹਮ ਦੀ ਭਾਵਨਾ ਨੂੰ ਲੈ ਕੇ ਜਿੱਥੇ ਪਾਸ ਰਹੇ, ਵੱਖਰੇ ਵੱਖਰੇ ਦਿਸ ਰਹੇ ਹਨ, ਪਤਾ ਲੱਗ ਰਿਹਾ ਹੈ, ਮਹਿਸੂਸ ਹੋ ਰਹੇ ਹਨ, ਇਹ ਤਾਂ ਸਾ ਵਿਕਲਪ ਸਮਾਧੀ ਹੋ ਗਈ। ਫਿਰ ਜਿੱਥੇ ਤ੍ਰਿਪਟੀ ਵਿਕਲਪ ਵਿਹੀਨ, ਜਿੱਥੇ ਤ੍ਰਿਪਟੀ ਤਿੰਨੇ ਗਿਆਤਾ ਗਿਆਨ ਗੇ, ਇਹਨਾਂ ਦਾ ਫੁਰਨਾ ਵੀ ਖਤਮ ਹੋ ਜਾਵੇ, ਇਹ ਅਖਰੀ ਅਰਥ ਹੋ ਗਿਆ। ਅੱਗੇ ਹੁਣ ਦੋ ਪੰਕਤੀਆਂ ਦੇ ਅਖਰੀ ਅਰਥ ਕਰਕੇ ਫਿਰ ਆਪਾਂ ਅਗਲੀ ਵਿਚਾਰ ਸਰਵਣ ਕਰਾਂਗੇ। ਹਾਂਜੀ। ਵਿਸਵ ਅਭਿਮਾਨੀ ਕੀ ਸਾਖੀ ਮਹਿ, ਦੋਏ ਪ੍ਰਕਾਰ ਕੀ ਕਹਿ ਪ੍ਰਵੀਨ। ਸੋ ਭਾਈ ਦਇਆ ਸਿੰਘ ਜੀ ਕਹਿੰਦੇ, ਹੈ ਪ੍ਰਵੀਨ, ਹੈ ਖਾਲਸਾ ਜੀ, ਹੈ ਸਿਆਣੇ ਗੁਰਸਿੱਖੋ, ਇਹ ਗੁਰੂ ਕੇ ਪਿਆਰੇ ਬੰਦਗੀ ਵਾਲਿਓ, ਜਿੱਥੇ ਇਹ ਅਵਸਥਾ ਜਿਹੜੀ ਹੈ ਸਾ ਵਿਕਲਪ ਤੇ ਨਿਰਵਿਕਲਪ, ਇਸ ਨੂੰ ਤੁਸੀਂ ਸਮਝੋ ਆਪਦੇ ਮਨ ਅੰਦਰ। ਇਸ ਅਵਸਥਾ ਨੂੰ ਪ੍ਰਕਾਸ਼ਨ ਵਾਲਾ ਵਿਸ਼ਵ ਨਾਮੇ ਜੀਵ ਆਤਮਾ ਹੈ, ਜੋ ਸਾਖੀ ਹੈ, ਜੋ ਦਿਸ਼ਟਾ ਹੈ। ਵਿਸ਼ਵ ਦੀ ਆਪਾਂ ਕੱਲ ਵਿਚਾਰ ਕੀਤੀ ਸੀ ਵੀ ਤਿੰਨ ਹਨ, ਜਾਗਰਤ ਦਾ ਵਿਸ਼ਵ ਹੈ, ਸੁਪਨੇ ਦਾ ਤੇਜਸ ਹੈ, ਗਾੜੀ ਨੀਂਦ ਦਾ ਪ੍ਰਾਗਯ ਹੈ। ਜੀਵਾਤਮਾ ਦਿਸ਼ਟਾ ਦੇਖਣ ਵਾਲਾ, ਉਹਨੂੰ ਪ੍ਰਕਾਸ਼ਨ ਵਾਲਾ। ਸੋ ਸਾ ਵਿਕਲਪ ਤੇ ਨਿਰਵਿਕਲਪ ਸਮਾਧੀ ਨੂੰ ਪ੍ਰਕਾਸ਼ਨ ਵਾਲਾ ਜੋ ਹੈ, ਇਹਦਾ ਜੋ ਸਾਖੀ ਹੈ, ਉਹ ਵਿਸ਼ਵ ਨਾਮੇ ਜੀਵਾਤਮਾ ਹੈ। ਇਹ ਗੱਲ ਹੈ ਗੁਰਸਿੱਖੋ, ਹੈ ਖਾਲਸਾ ਜੀ, ਹੈ ਪ੍ਰਬੀਨ ਦਾ ਅਰਥ ਸਿਆਣੇ ਸਮਝਦਾਰ ਗੁਰਸਿੱਖੋ, ਇਹ ਗੱਲ ਨੂੰ ਸਮਝੋ। ਹੁਣ ਇੱਥੇ ਸਮਝ ਕੇ ਆਪਾਂ ਹੁਣ ਅੱਗੇ ਫਿਰ ਕੱਲ੍ਹ ਨੂੰ ਕਰਾਂਗੇ ਵਿਚਾਰ, ਅਗਲੀ ਵਿਚਾਰ ਫਿਰ ਉਹ ਹੋਰ ਵੀ ਡੂੰਘੀ ਵਿਚਾਰ ਆਏਗੀ ਤੁਰੀਆ ਅਵਸਥਾ ਦੀ, ਇਸ ਤੋਂ ਵੀ ਉਹ ਡੂੰਘੀ ਹੈ।
ਬੜੇ ਧਿਆਨ ਦੇ ਨਾਲ ਸਮਝਣਾ ਵਿਚਾਰਨਾ ਹੋਏਗਾ। ਪਰ ਦਸਮੇਸ਼ ਪਿਤਾ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਜਿਵੇਂ ਜਿਵੇਂ ਉਹਨਾਂ ਦੀ ਬਖਸ਼ਿਸ਼ ਹੋਏਗੀ, ਜੋ ਬੁਲਾਵੇ ਤਿਉ ਬੋਲੇ ਸੁਆਮੀ। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लिहो तुम कथा सुधारी। सतगुरु ही रहमत करन, वो ही बख्शिश करनगे। ये ब्रह्म विचार जिहड़ी है सतगुरु आप ही कृपा करके बल बख्शणगे। इत्थे हुण आपां समाप्ति करते हाँ। अगली विचार कल दे प्रकरण अंदर। सो दास नूं पूरा भरोसा है भी आप जी नूं पता लग गया होएगा भी साविकल्प समाधि केड़ी है ते निर्विकल्प केड़ी है। ये जो अभ्यास करोगे फिर इस बड़ी सहायता मिलेगी। जो जानकारी पहला होवे तो फिर अभ्यास करो, फिर सारा अंदर अंदर पता लगता जाएगा। सतगुरु रहमत करन। आओ 1 मिनट वास्ते सिमरन की हाज़री ला के समाप्ति करिए। कोई भी रसना खाली ना रहे। सारिया ने मिल के बोलना वाहेगुरु 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 हर हर नाम जपंदियां कछ ना कहे जमकाल। नानक मन तन सुखी होए अंते मिले गोपाल। एक ब्रह्म पाद समेत समाधि, देर विकल्प तेह को मन चीन। विश्व अभिमानी की साखी में की